Hello, dear students. This is Neera Garg, working as an English mistress in Government Girls Senior Secondary School, Dhanola, District, Barnala. Today, the topic of our discussion is translation. This is for class 8th. ਹਾਂਜੀ ਬੇਟਾ, ਅੱਜ ਆਪਾਂ ਟਰਾਂਸਲੇਸ਼ਨ ਡਿਸਕਸ ਕਰਾਂਗੇ। ਸਭ ਤੋਂ ਪਹਿਲੀ ਗੱਲ ਹੈ ਵੀ ਟਰਾਂਸਲੇਸ਼ਨ ਹੁੰਦੀ ਕੀ ਹੈ। ਬੱਚੋ, ਜਦੋਂ ਆਪਾਂ ਇੱਕ ਲੈਂਗੁਏਜ ਤੋਂ ਦੂਜੀ ਲੈਂਗੁਏਜ ਦੇ ਵਿੱਚ ਕਿਸੇ ਚੀਜ਼ ਨੂੰ ਦੱਸਣਾ ਹੋਵੇ ਤਾਂ ਉਸ ਨੂੰ ਟਰਾਂਸਲੇਸ਼ਨ ਕਿਹਾ ਜਾਂਦਾ ਹੈ। ਜਿਵੇਂ ਕਿ ਤੁਹਾਨੂੰ ਇੰਗਲਿਸ਼ ਤੋਂ ਪੰਜਾਬੀ ਦੇ ਵਿੱਚ ਜੇ ਕੁਛ ਲਿਖਣਾ ਹੈ ਜਾਂ ਪੰਜਾਬੀ ਦਿੱਤੀ ਗਈ ਹੈ ਉਹਨੂੰ ਇੰਗਲਿਸ਼ ਦੇ ਵਿੱਚ ਲਿਖਣਾ ਹੈ। ਈਵਨ ਆਪਾਂ ਕਿਸੇ ਹੋਰ ਲੈਂਗੁਏਜ ਦੇ ਵਿੱਚ ਵੀ ਕਿਸੇ ਸੈਂਟੈਂਸ ਨੂੰ, ਕਿਸੇ ਪੈਰਾਗ੍ਰਾਫ ਨੂੰ, ਕਿਸੇ ਸ਼ਬਦ ਨੂੰ ਆਪਾਂ ਟਰਾਂਸਲੇਟ ਕਰ ਸਕਦੇ ਹਾਂ। ਠੀਕ ਹੈ ਜੀ। ਅਤੇ ਅੱਜ ਦਾ ਜਿਹੜਾ ਆਪਣਾ ਟੋਪਿਕ ਹੈ ਉਹ ਟਰਾਂਸਲੇਸ਼ਨ ਹੀ ਹੈ। ਇਸ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਇੰਪੈਰੇਟਿਵ ਸੈਂਟੈਂਸਿਸ ਵੇਖਾਂਗੇ। ਇੰਪੈਰੇਟਿਵ ਸੈਂਟੈਂਸਿਸ ਕੀ ਹੁੰਦੇ ਨੇ ਇਹ ਤੁਹਾਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਬੱਚੋ, ਇੰਪੈਰੇਟਿਵ ਸੈਂਟੈਂਸਿਸ ਉਹ ਸੈਂਟੈਂਸਿਸ ਨੇ ਜਿਸ ਦੇ ਵਿੱਚ ਆਪਾਂ ਨੂੰ ਸਬਜੈਕਟ ਨਹੀਂ ਦਿੱਤਾ ਹੁੰਦਾ। ਓਨਲੀ ਵਰਬ ਐਂਡ ਆਬਜੈਕਟ ਇਜ਼ ਗਿਵਨ। ਠੀਕ ਹੈ ਜੀ। ਇਸ ਦੇ ਵਿੱਚ ਆਪਾਂ ਨੂੰ ਇੱਕ ਵਰਬ ਅਤੇ ਆਬਜੈਕਟ ਜਿਹੜਾ ਹੈ ਦਿੱਤਾ ਗਿਆ ਹੁੰਦਾ ਹੈ। ਸਬਜੈਕਟ ਅੰਡਰਸਟੂਡ ਹੀ ਹੁੰਦਾ ਹੈ ਵੀ ਸਬਜੈਕਟ ਦਿੱਤਾ ਨਹੀਂ ਹੁੰਦਾ। ਫੋਰ ਐਗਜ਼ਾਮਪਲ, ਸ਼ਟ ਦਾ ਡੋਰ, ਓਪਨ ਦਾ ਵਿੰਡੋ, ਓਪਨ ਯੂਰ ਬੈਗ, ਐਟਸੈਟਰਾ। ਹੁਣ ਆਪਾਂ 8ਵੀਂ ਕਲਾਸ ਦੇ ਵਿੱਚ ਜਿਹੜੀ ਟਰਾਂਸਲੇਸ਼ਨ ਹੈ ਇਸ ਦੇ ਰਿਗਾਰਡਿੰਗ ਉਹਨੂੰ 1 by 1 ਸਟੱਡੀ ਕਰਾਂਗੇ। ਸਭ ਤੋਂ ਪਹਿਲਾਂ ਤੁਹਾਡਾ ਸੈਂਟੈਂਸ ਹੈ, ਆਪਣਾ ਬਸਤਾ ਖੋਲ੍ਹੋ। ਬੇਟੇ, ਜਦੋਂ ਇੰਪੈਰੇਟਿਵ ਸੈਂਟੈਂਸਿਸ ਹੁੰਦੇ ਨੇ, ਦੇਖੋ ਇਹਦੇ ਵਿੱਚ ਕਿਸੇ ਵੀ ਪਰਸਨ ਦਾ ਕੋਈ ਨੇਮ ਨਹੀਂ ਦਿੱਤਾ ਹੋਇਆ, ਕੋਈ ਨਾਊਨ ਨਹੀਂ ਦਿੱਤਾ, ਕੋਈ ਪ੍ਰੋਨਾਊਨ ਨਹੀਂ ਦਿੱਤਾ, ਕਿਉਂਕਿ ਉਹ ਅੰਡਰਸਟੂਡ ਹੀ ਹੈ। ਠੀਕ ਹੈ। ਇਸ ਦੇ ਵਿੱਚ ਆਪਾਂ ਕਰਨਾ ਕੀ ਹੁੰਦਾ ਹੈ, ਸਭ ਤੋਂ ਪਹਿਲਾਂ ਵਰਬ ਜਿਹੜੀ ਕਿਰਿਆ ਹੈ, ਪੰਜਾਬੀ ਦੇ ਵਿੱਚ ਜਿਹੜਾ ਅਖੀਰਲਾ ਸ਼ਬਦ ਹੈ ਜਿੱਥੇ ਕੁਝ ਕਿਰਿਆ ਕਰਨਾ ਦੱਸਿਆ ਗਿਆ ਹੈ ਉਸ ਨੂੰ ਇੰਗਲਿਸ਼ ਦੇ ਵਿੱਚ ਮੂਹਰੇ ਰੱਖਣਾ ਹੁੰਦਾ ਹੈ, ਸ਼ੁਰੂ ਦੇ ਵਿੱਚ ਰੱਖਣਾ ਹੁੰਦਾ ਹੈ। ਜਿਵੇਂ ਆਪਣਾ ਬਸਤਾ ਖੋਲ੍ਹੋ। ਖੋਲ੍ਹਣਾ ਇੱਕ ਕਿਰਿਆ ਹੈ। ਖੋਲ੍ਹਣ ਦੀ ਇੰਗਲਿਸ਼ ਹੁੰਦੀ ਹੈ ਜੀ ਓਪਨ। ਠੀਕ ਹੈ। ਹਰੇਕ ਸ਼ਬਦ ਦਾ ਇੰਗਲਿਸ਼ ਮੀਨਿੰਗ ਜਿਹੜਾ ਹੈ ਆਪਾਂ ਨੇ ਲਿਖਣਾ ਹੈ, ਓਪਨ। ਇਸ ਤੋਂ ਬਾਅਦ ਗੱਲ ਆਉਂਦੀ ਹੈ ਆਪਣਾ। ਆਪਣਾ ਦਾ ਮਤਲਬ ਹੁੰਦਾ ਹੈ ਯੋਰ। ਓਪਨ ਯੋਰ। ਹੁਣ ਕੀ ਬਚ ਗਿਆ? ਬਸਤਾ। ਬਸਤੇ ਦੀ ਇੰਗਲਿਸ਼ ਹੁੰਦੀ ਹੈ ਬੈਗ। ਸੋ ਆਨਸਰ ਆਪਣਾ ਹੋ ਗਿਆ ਓਪਨ ਯੋਰ ਬੈਗ। ਇਸੇ ਤਰ੍ਹਾਂ ਸੈਂਟੈਂਸ ਨੰਬਰ 2 ਹੈ, ਆਪਣਾ ਨਾਮ ਦੱਸੋ। ਹੁਣ ਆਪਾਂ ਨੇ ਸ਼ੁਰੂ ਤੋਂ ਨਹੀਂ, ਐਂਡ ਵਾਲੇ ਸ਼ਬਦ ਨੂੰ ਪਹਿਲੇ ਟਰਾਂਸਲੇਟ ਕਰਨਾ ਹੈ। ਜਿਵੇਂ ਅਖੀਰਲਾ ਸ਼ਬਦ ਹੈ ਦੱਸੋ। ਦੱਸਣ ਦੀ ਅੰਗਰੇਜ਼ੀ ਹੁੰਦੀ ਹੈ ਬੇਟੇ ਟੈਲ। ਠੀਕ ਹੈ ਜੀ। ਉਸ ਤੋਂ ਬਾਅਦ ਅੱਗੇ ਆਪਣਾ ਹੈ ਤਾਂ ਯੋਰ ਆ ਗਿਆ। ਟੈਲ ਯੋਰ। ਔਰ ਦੱਸਣਾ ਕੀ ਹੈ? ਨੇਮ। ਨਾਮ ਲਿਖਿਆ ਨਾ, ਉਹਦੀ ਟਰਾਂਸਲੇਸ਼ਨ ਕੀ ਬਣੀ? ਨੇਮ। ਸੋ ਆਨਸਰ ਬਣ ਗਿਆ ਟੈਲ ਯੋਰ ਨੇਮ। ਇਸੇ ਤਰ੍ਹਾਂ ਹਰੇਕ ਸੈਂਟੈਂਸ ਦੇ ਵਿੱਚ ਜਿਹੜੇ ਪੰਜਾਬੀ ਦੇ ਵਿੱਚ ਅਖੀਰਲਾ ਸ਼ਬਦ ਹੈ ਜੋ ਕਿਰਿਆ ਹੈ ਉਹਨੂੰ ਤੁਸੀਂ ਅੱਗੇ ਲੈ ਕੇ ਜਾਓਗੇ ਸੈਂਟੈਂਸ ਦੇ, ਅਤੇ ਬਾਕੀ ਜਿਹੜਾ ਰਿਮੇਨਿੰਗ ਸੈਂਟੈਂਸ ਹੈ ਉਹਨੂੰ ਟਰਾਂਸਲੇਟ ਕਰਕੇ ਇੰਗਲਿਸ਼ ਦੇ ਵਿੱਚ ਬਾਅਦ ਦੇ ਵਿੱਚ ਲਿਖੋਗੇ। ਠੀਕ ਹੈ ਜੀ। ਡੀਅਰ ਸਟੂਡੈਂਟਸ, ਨਾਓ ਵੀ ਹੈਵ ਥਰਡ ਸੈਂਟੈਂਸ, ਗੱਲਾਂ ਨਾ ਕਰੋ। ਬੇਟਾ, ਨਾ ਵਾਲੀ ਜਿਹੜੀ ਗੱਲ ਹੈ ਇਟ ਮੀਨਸ ਦਿਸ ਇਜ਼ ਯੋਰ ਨੈਗੇਟਿਵ ਸੈਂਟੈਂਸ। ਇਹ ਨਾਵਾਚਕ ਤੁਹਾਡਾ ਵਾਕ ਹੈ, ਸੈਂਟੈਂਸ ਹੈ। ਔਰ ਜਦੋਂ ਨਾਵਾਚਕ ਹੋਵੇ ਤਾਂ ਇੰਗਲਿਸ਼ ਦੇ ਵਿੱਚ ਆਪਾਂ ਨੇ ਨੋਟ ਜ਼ਰੂਰ ਲਗਾਉਣਾ ਹੈ। ਠੀਕ ਹੈ ਜੀ। ਹੁਣ ਇਹਦੇ ਵਿੱਚ ਵੀ ਪੰਜਾਬੀ ਦੇ ਵਿੱਚ ਐਂਡ ਦੇ ਵਿੱਚ ਲਿਖਿਆ ਹੈ ਕਰੋ, ਕਿਉਂਕਿ ਇਹ ਕਿਰਿਆ ਹੈ। ਕਰਨ ਦੀ ਇੰਗਲਿਸ਼ ਹੁੰਦੀ ਹੈ ਡੂ। ਆਨਸਰ ਕੀ ਬਣੂਗਾ? ਡੂ ਨਾਟ, ਕਿਉਂਕਿ ਨਾ ਵਾਲੀ ਗੱਲ ਚੱਲ ਰਹੀ ਹੈ। ਡੂ ਨਾਟ। ਕੀ ਬਚ ਗਿਆ? ਗੱਲਾਂ। ਔਰ ਗੱਲਾਂ ਦੀ ਇੰਗਲਿਸ਼ ਹੁੰਦੀ ਹੈ ਟਾਕ। So our answer will be do not talk. Then we have fourth sentence, बुरी संगत तो बचो। बेटे, बचन ਦੀ ਜਿਹੜੀ ਇੰਗਲਿਸ਼ ਹੈ ਉਹ ਹੁੰਦੀ ਹੈ ਅਵੋਇਡ। ਅਵੋਇਡ ਹੁੰਦੇ ਕਿਸੇ ਚੀਜ਼ ਨੂੰ ਨਜ਼ਰਅੰਦਾਜ਼ ਕਰਨਾ, ਪਰ ਇੱਥੇ ਆਪਾਂ ਬਚਨ ਦੀ ਇੰਗਲਿਸ਼ ਲਿਖਾਂਗੇ ਅਵੋਇਡ। ਤੇ ਆਨਸਰ ਕੀ ਬਣੂਗਾ ਫਿਰ? ਅਵੋਇਡ। ਹੋਰ ਬਚ ਕੀ ਗਿਆ? ਬੁਰੀ ਸੰਗਤ। ਬੁਰੀ ਮੀਨਸ ਬੈਡ ਔਰ ਸੰਗਤ ਹੁੰਦੀ ਹੈ ਕੰਪਨੀ। ਸੋ ਆਰ ਆਨਸਰ ਵਿਲ ਬੀ avoid bad company, right?
And then we have fifth sentence, ਵੱਡਿਆਂ ਦਾ ਕਹਿਣਾ ਮੰਨੋ। ਮੰਨਣ ਦੀ ਜਿਹੜੀ ਕਹਿਣਾ ਮੰਨਣ ਦੀ ਇਕੱਠੀ ਇੰਗਲਿਸ਼ ਕੀ ਹੁੰਦੀ ਹੈ? ਓਬੇ। ਤਾਂ ਆਨਸਰ ਕੀ ਬਣੂਗਾ? ਕਿਉਂਕਿ ਓਬੇ ਸ਼ੁਰੂ 'ਚ ਆ ਗਿਆ, ਬਚ ਕੀ ਗਿਆ? ਰਿਮੇਨਿੰਗ ਸੈਂਟੈਂਸ ਕੀ ਹੈ? ਵੱਡਿਆਂ ਦਾ। ਵੱਡਿਆਂ ਦੀ ਇੰਗਲਿਸ਼ ਹੁੰਦੀ ਹੈ ਐਲਡਰਸ। ਸੋ ਆਨਸਰ ਵਿਲ ਬੀ ਓਬੇ ਦਾ ਐਲਡਰਸ। ਠੀਕ ਹੈ ਜੀ। Then we have sixth sentence, कूड़ा ना खिलारो। Again this is your negative sentence। ना वाली गल है, not लिखना ज़रूरी है। और ना करन दी इंग्लिश की होंदी है do not, right? और कूड़ा ना खिलारो, कूड़े दी इंग्लिश की होएगी litter। ठीक। इस तो बाद सेवेंथ सेंटेंस आ गया, अपना हथ उत्ते चुको। उत्ते चुको, उत्ते चुकन की इंग्लिश की होंगी है रेज। क्योंकि आप पहला भी गल उही कर रहे हैं कि हमेशा क्रिया नूं वर्ब नूं शुरू दे विच लिखिया जाएगा इंग्लिश च। ठीक है, जिहड़ी गल पंजाबी दे विच एंड ते हो रही है उही इंग्लिश च उहदी इंग्लिश जिहड़ी है शुरू च लिखी जाती है, तां ही वो ट्रांसलेट होएगी। ये इंपैरेटिव सेंटेंसिस ने, इन्हां दे विच वर्ब हमेशा शुरू दे विच हुंदी है। सो उत्ते चुकन की इंग्लिश हुंदी है रेज, राइट? सो रेज अपना, अपने की इंग्लिश आ गई योर, बच की गया हथ, और हथ पीछे की लिखा जाएगा हैंड। रेज योर हैंड, राइट? देन वी हैव एट सेंटेंस, कदे झूठ ना बोलो। अगेन इत्थे बोलो शब्द जिहड़ा है पंजाबी दा लास्ट है, क्रिया है। और बोलन दा की हुंदा बेटा? बोलन दी इंग्लिश हुंदी है टेल। लेकिन उस तो पहला की है ना। हुण इहदे विच आपां नॉट नहीं लिखांगे। मैं पहला तुहानूं गल कीती सी भी नॉट जो है हमेशा नैगेटिव सेंटेंस दे विच लिखना हुंदा है, बट इत्थे आपां की लिखांगे? नैवर। नैवर दा मतलब भी नॉट ही है। नैवर मीनस कदे ना करो। ठीक है, क्योंकि इत्थे कदों वाली भी गल आ रही है, तो आपां की लिखांगे? नैवर। बोलन दी इंग्लिश हुंदी है टेल, राइट? और क्योंकि हमेशा जो नॉट वाली गल है वो शुरू च लिखी जाएगी, चाहे वो डू नॉट है चाहे वो नेवर है। नेवर टेल। हुण बच की गया झूठ। झूठ की इंग्लिश की होंदी है लाई। नेवर टेल अ लाई, राइट? यस। नेक्स्ट सेंटेंस वी हैव, अपना काम पूरा करो। एंड पूरा करन दी इंग्लिश होएगी कंप्लीट, राइट? सो कंप्लीट वर्ड जिहड़ा है बेटा शुरू च आ गया। अपनी दी इंग्लिश आ गई योर, बच की गया कम, और कम दी इंग्लिश होंदी है वर्क। सो योर आंसर विल बी कंप्लीट योर वर्क। एंड लास्ट 10th सेंटेंस रिलेटेड टू इंपैरेटिव सेंटेंसेस इज, अपनियां गलतियां सुधारो। बेटे सुधारो जिहड़ा है ये एक क्रिया है, एक्शन वर्ड है। इहदी इंग्लिश हुंदी है इंप्रूव, राइट? और अपनियां, अपनियां जिहड़ा वर्ड है वो आएगा योर। पीछे की बच गया? गलतियां। गलतियां की है? मिस्टेक्स। आप कहते हैं गलतियां कर रहे हो, मिस्टेक कर रहे हो। सो आंसर हो गया इंप्रूव योर मिस्टेक्स। सो बेटे हुण तक आपां 10 जिहड़े इंपैरेटिव सेंटेंसिस समझे ने, इन्हां सारियां दे विच ही आपां एक चीज़ की देखी है कि पंजाबी दे विच जिहड़ा वर्ड सब तो आखिरी दे विच लिखिया गया हुंदा है, जो कि तुहाडा एक क्रिया हुंदी है, इंग्लिश दे विच उही शब्द नूं आपां सब तो शुरू दे विच मूहरे रखते हैं। क्यों? क्योंकि वो एक वर्ब है और अपने स्ट्रक्चर के अकॉर्डिंगली इंपैरेटिव सेंटेंसिस का जो स्ट्रक्चर होंदा है अकॉर्डिंग टू दैट वर्ब जो है शुरू दे विच होएगा और उस तो बाद जिहड़ा है ऑब्जेक्ट होंदा है। ऑब्जेक्ट की है? द एंडिंग पार्ट ऑफ द सेंटेंस। सो इन्ना क मैनूं लगदा है कि तुहानूं चीज़ जिहड़ी है समझ आ गई होनी है बच्चों। Dear students, now we have another part of it, that is translation in simple sentences. बेटा पहला तुसी इंपैरेटिव सेंटेंसेस दी ट्रांसलेशन सीखी सी, हुण आपां सिंपल या एजर्टिव सेंटेंसेस नूं किस तरह ट्रांसलेट करना है वो सीखांगे। हाँ जी, द वेरी फर्स्ट सेंटेंस इज, मैं थकिया होया हाँ।
ਇਹਨਾਂ ਸੈਂਟੈਂਸਿਸ ਦੇ ਵਿੱਚ ਆਪਣਾ ਜਿਹੜਾ ਸਟਰਕਚਰ ਹੋਏਗਾ ਜੀ ਉਹ ਕਿਸ ਤਰ੍ਹਾਂ ਹੁੰਦਾ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਸਬਜੈਕਟ ਹੈ ਉਹ ਆਪਾਂ ਉਹਨੂੰ ਟਰਾਂਸਲੇਟ ਕਰਨਾ ਹੈ, ਫਿਰ ਉਸ ਤੋਂ ਬਾਅਦ ਐਂਡ ਵਾਲੀ ਜਿਹੜੀ ਆਪਣੀ ਕਿਰਿਆ ਹੈ ਵਰਬ ਹੈ ਉਹਨੂੰ ਲੈਣਾ ਹੈ, ਤੇ ਫਿਰ ਜਿਹੜਾ ਆਪਣਾ ਰਿਮੇਨਿੰਗ ਸੈਂਟੈਂਸ ਹੈ ਜਿਸ ਨੂੰ ਤੁਸੀਂ ਆਬਜੈਕਟ ਕਹਿੰਦੇ ਹੋ ਉਹ ਆਏਗਾ। ਠੀਕ ਹੈ ਬੱਚੋ, ਜਿਵੇਂ ਆਪਾਂ ਪਹਿਲਾਂ ਕੀਤਾ ਸੀ ਵੀ ਮਤਲਬ ਵਰਬ ਔਰ ਆਬਜੈਕਟ ਹੈ, ਹੁਣ ਬਸ ਇਹਦੇ ਵਿੱਚ ਚੇਂਜ ਇਹ ਹੋਏਗਾ ਕਿ ਜਿਹੜਾ ਸ਼ੁਰੂ ਵਾਲਾ ਸਬਜੈਕਟ ਹੈ ਜਿਸਨੇ ਕੰਮ ਕੀਤਾ ਹੈ ਜਾਂ ਜੋ ਕੰਮ ਕਰਨ ਵਾਲਾ ਹੈ, ਠੀਕ ਹੈ, ਉਹਨੂੰ ਵੀ ਆਪਾਂ ਨੂੰ ਅੱਗੇ ਲਗਾਉਣਾ ਪਊਗਾ। ਜਿਵੇਂ ਫਸਟ ਸੈਂਟੈਂਸ ਹੈ ਮੈਂ ਥੱਕਿਆ ਹੋਇਆ ਹਾਂ, ਮੈਂ ਦੀ ਇੰਗਲਿਸ਼ ਆ ਗਈ ਆਈ, ਠੀਕ ਹੈ, ਹਾਂ ਦੀ ਇੰਗਲਿਸ਼ ਹੈ ਐਮ, ਆਈ ਐਮ। ਥੱਕੇ ਹੋਣ ਦੀ ਇੰਗਲਿਸ਼ ਹੁੰਦੀ ਹੈ ਵਰਬ ਹੈ ਕਿਰਿਆ ਹੈ ਟਾਇਰ, ਲੇਕਿਨ ਇੱਥੇ ਕਿਉਂਕਿ ਐਮ ਹੈ ਆਪਾਂ ਨੇ ਪੈਸਿਵ ਫਾਰਮ ਦੇ ਵਿੱਚ ਲਿਖਣਾ ਹੈ ਤਾਂ ਟਾਇਰਡ ਆ ਗਿਆ, ਆਈ ਐਮ tired, right? Second sentence is ਉਹ ਮੂਰਖ ਨਹੀਂ ਹੈ। ਉਹ ਦੀ ਇੰਗਲਿਸ਼ ਜਿਹੜੀ ਹੈ ਹੀ, ਵੈਸੇ ਤੇ ਸ਼ੀ ਵੀ ਹੋ ਸਕਦਾ ਹੈ ਕਿਉਂਕਿ ਉਹ ਹੀ ਔਰ ਸ਼ੀ ਦੋਨੋਂ ਆਪਾਂ ਨੂੰ ਪਤਾ ਨਹੀਂ ਵੀ ਆਪਾਂ ਜੋ ਮਰਜ਼ੀ ਲਿਖ ਸਕਦੇ ਹਾਂ। ਹੀ ਇਜ਼, ਹੈ ਦੀ ਇੰਗਲਿਸ਼ ਇਜ਼ ਹੀ ਆਏਗੀ ਕਿਉਂਕਿ ਅਗੇਨ ਦਿਸ ਇਜ਼ ਯੋਰ ਨੈਗੇਟਿਵ ਸੈਂਟੈਂਸ, ਨਾਟ ਵਾਲਾ ਹੈ ਤੇ ਆਪਾਂ ਨੂੰ ਹੈਲਪਿੰਗ ਵਰਬ ਤੋਂ ਇਮੀਡੀਏਟਲੀ ਬਾਅਦ ਜਿਹੜਾ ਹੈ ਨਾਟ ਲਿਖਣਾ ਪਊਗਾ। ਸੋ ਹੀ ਇਜ਼ ਨਾਟ, ਬਚ ਕੀ ਗਿਆ ਮੂਰਖ, ਮੂਰਖ ਦੀ ਇੰਗਲਿਸ਼ ਹੁੰਦੀ ਹੈ ਫੂਲ, ਹੀ ਇਜ਼ ਨਾਟ ਅ ਫੂਲ। Yes, then we have third sentence, ਮੇਰੇ ਮਾਤਾ ਪਿਤਾ ਜੀ ਅਧਿਆਪਕ ਹਨ। ਬੱਚੋ ਆਪਾਂ ਇਹਨੂੰ ਮੇਰੇ ਨੂੰ ਸਭ ਤੋਂ ਪਹਿਲਾਂ ਲਿਆਂਗੇ, ਮੇਰੇ ਦੀ ਇੰਗਲਿਸ਼ ਹੋਗੀ ਮਾਂ ਹੈ, ਮਾਤਾ ਪਿਤਾ ਦੀ ਇੰਗਲਿਸ਼ ਹੋਗੀ ਪੈਰੈਂਟਸ। ਇਹਨਾਂ ਨੂੰ ਸਿੱਧੇ ਲਿਖਿਆ ਜਾਏਗਾ ਕਿਉਂਕਿ ਥੀਸ ਆਰ ਯੋਰ ਸਿੰਪਲ ਔਰ ਐਜ਼ਰਟਿਵ ਸੈਂਟੈਂਸਿਸ, ਤੇ ਇਹਨਾਂ ਨੂੰ ਆਪਾਂ ਨੂੰ ਪਹਿਲੇ ਹਮੇਸ਼ਾ ਸਬਜੈਕਟ ਹੀ ਲਿਖਣਾ ਪਏਗਾ। ਮੇਰੇ ਮਾਤਾ ਪਿਤਾ, ਮਾਈ ਪੈਰੈਂਟਸ, ਫਿਰ ਉਸ ਤੋਂ ਬਾਅਦ ਜਿਹੜਾ ਆਪਣਾ ਹੈਲਪਿੰਗ ਵਰਬ ਹੁੰਦਾ ਹੈ, ਠੀਕ ਹੈ, ਜਾਂ ਮੇਨ ਵਰਬ ਹੋਏਗਾ ਉਹ ਆਏਗਾ ਸਟਰਕਚਰ ਦੇ ਅਕੋਰਡਿੰਗਲੀ। ਹਨ ਦੀ ਇੰਗਲਿਸ਼ ਜ਼ਿਆਦਾ ਨੇ, ਆਰ ਆ ਗਿਆ, ਬਚ ਕੀ ਗਿਆ ਅਧਿਆਪਕ, ਅਧਿਆਪਕ ਦੀ ਇੰਗਲਿਸ਼ ਹੁੰਦੀ ਹੈ ਟੀਚਰਸ, ਠੀਕ ਹੈ, ਕਿਉਂਕਿ ਦੋਨੋਂ ਨੇ ਤਾਂ ਟੀਚਰਸ ਆਏਗਾ। ਮਾਈ ਪੈਰੈਂਟਸ ਆਰ ਟੀਚਰਸ। ਦੈਨ ਵੀ ਹੈਵ ਨੈਕਸਟ ਸੈਂਟੈਂਸ, ਅਸੀਂ ਭਾਰਤ ਵਾਸੀ ਹਾਂ, ਅਸੀਂ ਦੀ ਇੰਗਲਿਸ਼ ਹੁੰਦੀ ਹੈ ਵੀ, ਰਾਈਟ, ਔਰ ਵੀ ਦੇ ਨਾਲ ਹਾਂ ਹੈ ਯਾਨੀ ਕਿ ਐਂਡ ਵਾਲਾ ਜਿਹੜਾ ਹੈਲਪਿੰਗ ਵਰਬ ਹੈ ਉਹ ਆ ਗਿਆ ਆਰ, ਵੀ ਦੇ ਨਾਲ ਆਰ ਲੱਗਦਾ ਹੁੰਦਾ ਹੈ। ਭਾਰਤ ਵਾਸੀਆਂ ਦੀ ਇੰਗਲਿਸ਼ ਹੁੰਦੀ ਹੈ ਇੰਡੀਅਨਸ, ਸੋ ਯੋਰ ਆਂਸਰ ਵਿਲ ਬੀ ਵੀ ਆਰ ਇੰਡੀਅਨਸ, ਰਾਈਟ। ਦੈਨ ਵੀ ਹੈਵ ਉਸ ਦੀ ਭੈਣ ਬਹੁਤ ਅਕਲਮੰਦ ਹੈ। ਉਸ ਦੀ ਭੈਣ ਹਰ ਸਿਸਟਰ ਵੀ ਹੋ ਸਕਦਾ ਹੈ, ਹਿਸ ਸਿਸਟਰ ਵੀ ਹੋ ਸਕਦਾ ਹੈ, ਠੀਕ ਹੈ, ਪਰਸਨ ਦੇ ਅਕੋਰਡਿੰਗਲੀ ਆਪਾਂ ਹਰ ਸਿਸਟਰ ਲਗਾ ਰਹੇ ਹਾਂ। ਹੈ ਦੀ ਇੰਗਲਿਸ਼ ਇਜ਼ ਆ ਗਈ। ਬਹੁਤ, ਦੇਖੋ ਬਹੁਤ ਦੀ ਇੰਗਲਿਸ਼ ਕੀ ਹੁੰਦੀ ਹੈ ਵੈਰੀ, ਔਰ ਅਕਲਮੰਦ ਦੀ ਇੰਗਲਿਸ਼ ਹੁੰਦੀ ਹੈ ਵਾਈਜ਼। ਮਤਲਬ ਕੋਈ ਵੀ ਆਪਾਂ ਨੇ ਵਰਡ ਜਿਹੜਾ ਹੈ ਉਹ ਨਹੀਂ ਛੱਡਣਾ ਜਿਹਦੀ ਇੰਗਲਿਸ਼ ਆਪਾਂ ਨਹੀਂ ਕੀਤੀ, ਉਹਨੂੰ ਟਰਾਂਸਲੇਟ ਨਹੀਂ ਕੀਤਾ, ਠੀਕ ਹੈ ਜੀ। ਸੋ ਉਸ ਦੀ ਭੈਣ ਬਹੁਤ ਅਕਲਮੰਦ ਹੈ, ਹਰ ਸਿਸਟਰ ਇਜ਼ ਵੈਰੀ ਵਾਈਜ਼। ਦੈਨ ਵੀ ਹੈਵ ਨੈਕਸਟ ਸੈਂਟੈਂਸ, ਮੈਨੂੰ ਤੁਹਾਡੇ 'ਤੇ ਮਾਣ ਹੈ। ਬੇਟੇ ਮੈਂ ਜਾਂ ਮੈਨੂੰ ਦੀ ਇੰਗਲਿਸ਼ ਹੁੰਦੀ ਹੈ ਆਈ, ਹੈ ਕਿਉਂਕਿ ਆਈ ਦੇ ਨਾਲ ਹਮੇਸ਼ਾ ਐਮ ਲੱਗਦਾ ਹੁੰਦਾ ਹੈ, ਆਈ ਐਮ। ਮਾਣ ਦੀ ਇੰਗਲਿਸ਼ ਹੁੰਦੀ ਹੈ ਪ੍ਰਾਊਡ, ਆਈ ਐਮ ਪ੍ਰਾਊਡ ਆਫ, ਤੁਹਾਡੇ ਦੀ ਇੰਗਲਿਸ਼ ਹੋਗੀ ਯੂ, ਆਈ ਐਮ ਪ੍ਰਾਊਡ ਆਫ ਯੂ। ਦੈਨ ਵੀ ਹੈਵ ਨੈਕਸਟ ਸੈਂਟੈਂਸ, ਪਾਣੀ ਸਾਫ ਹੈ। ਪਾਣੀ ਦੀ ਇੰਗਲਿਸ਼ ਹੋਗੀ ਵਾਟਰ, ਹੈ ਦੀ ਇੰਗਲਿਸ਼ ਆ ਗਈ ਇਜ਼, ਰਹਿ ਗਿਆ ਸਾਫ, ਔਰ ਸਾਫ ਦੀ ਇੰਗਲਿਸ਼ ਹੋਗੀ ਕਲੀਨ। तो आंसर बिल्कुल सिंपल है, वाटर इज क्लीन। देन वी हैव 18th सेंटेंस, ओह बहुत मतलबी है। ओह दी इंग्लिश है ही, है दी इंग्लिश है इज, बहुत दी इंग्लिश है वेरी, और मतलबी दी इंग्लिश होंदी है सैल्फिश। सैल्फिश होंगे जिहड़ा स्वार्थी होवे। तो अपना आंसर की बन गया, ही इज वेरी सैल्फिश, राइट। 19th सेंटेंस, घाह ਹਰੀ ਭਰੀ ਹੈ। ਦੇਖੋ ਘਾਹ ਦੀ ਇੰਗਲਿਸ਼ ਹੁੰਦੀ ਹੈ ਗ੍ਰੀਨ, ਕਿਉਂਕਿ ਇਹਨਾਂ ਸੈਂਟੈਂਸਿਸ ਦੇ ਵਿੱਚ ਆਪਾਂ ਨੇ ਸਭ ਤੋਂ ਪਹਿਲਾਂ ਸਬਜੈਕਟ ਨੂੰ ਹੀ ਟਰਾਂਸਲੇਟ ਕਰਨਾ ਹੈ। ਗ੍ਰਾਸ, ਹੈ ਦੀ ਇੰਗਲਿਸ਼ ਹੈ ਇਜ਼, ਬਚ ਕੀ ਗਿਆ ਹਰੀ ਭਰੀ, ਉਹਦਾ ਮੀਨਿੰਗ ਹੈ ਗ੍ਰੀਨ, ਗ੍ਰਾਸ ਇਜ਼ ਗ੍ਰੀਨ। ਐਂਡ ਦ 20th ਸੈਂਟੈਂਸ ਇਜ਼, ਮੈਂ ਅੱਜ ਠੀਕ ਮਹਿਸੂਸ ਨਹੀਂ ਕਰ ਰਿਹਾ ਹਾਂ। ਆਈ ਦੀ ਇੰਗਲਿਸ਼ ਹੋ ਗਈ ਆਈ, ਮੈਂ ਦੀ ਆਈ, ਰਿਹਾ ਹਾਂ ਐਮ, नहीं ਦੀ ਇੰਗਲਿਸ਼ ਹੋਗੀ ਨੋਟ, ਕਿਉਂਕਿ ਇਹ ਨੈਗੇਟਿਵ ਸੈਂਟੈਂਸ ਹੈ, आई एम नॉट,
ਮਹਿਸੂਸ ਕਰਨ ਦੀ ਇੰਗਲਿਸ਼ ਹੁੰਦੀ ਹੈ ਫੀਲ। ਰਿਹਾ ਦੀ ਹੈ ਇਸ ਕਰਕੇ ING ਲੱਗ ਜਾਂਦਾ ਹੈ ਜਿੱਥੇ ਰਿਹਾ ਹੋਵੇ। ਆਈ ਐਮ ਨਾਟ ਫੀਲਿੰਗ, ਠੀਕ ਦੀ ਇੰਗਲਿਸ਼ ਹੁੰਦੀ ਹੈ ਵੈਲ। ਆਈ ਐਮ ਨਾਟ ਫੀਲਿੰਗ ਵੈਲ, ਬਚ ਕੇ ਗਿਆ ਅੱਜ, ਔਰ ਅੱਜ ਦੀ ਇੰਗਲਿਸ਼ ਹੁੰਦੀ ਹੈ ਟੁਡੇ। ਸੋ ਆਈ ਐਮ ਨਾਟ ਫੀਲਿੰਗ ਵੈਲ ਟੁਡੇ। ਸੋ ਬੇਟਾ ਆਈ ਹੋਪ ਦਿਸ ਟੋਪਿਕ ਮਾਈਟ ਬੀ ਕਲੀਅਰ ਟੂ ਯੂ, ਔਰ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ ਹੋਏਗਾ। ਅਤੇ ਬੇਟੇ ਤੁਸੀਂ ਪਲੀਜ਼ ਇਹਨਾਂ ਨੂੰ ਰਿਵਾਈਜ਼ ਜ਼ਰੂਰ ਕਰਨਾ ਤਾਂ ਕਿ ਤੁਹਾਨੂੰ ਜਿਹੜਾ ਹੈ ਦੁਬਾਰਾ ਤੋਂ ਸਾਰੀ ਕਲੈਰਿਟੀ ਹੋ ਜਾਏ ਕਿ ਆਪਾਂ ਨੇ ਟਰਾਂਸਲੇਸ਼ਨ ਕਿਸ ਤਰ੍ਹਾਂ ਕਰਨੀ ਹੈ। ਇਹਨਾਂ ਨੂੰ ਰੱਟੇ ਲਗਾਉਣ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ। ਇਹਨੂੰ ਸਟੈਪ ਬਾਏ ਸਟੈਪ ਜੇ ਤੁਸੀਂ ਕਰੋਗੇ ਤਾਂ ਤੁਹਾਨੂੰ ਬਹੁਤ ਈਜ਼ੀ ਵੀ ਲੱਗੇਗਾ, ਔਰ ਤੁਸੀਂ ਕਿਸੇ ਵੀ ਸੈਂਟੈਂਸ ਨੂੰ ਉਹਨੂੰ ਟਰਾਂਸਲੇਟ ਕਰ ਸਕੋਗੇ। ਥੈਂਕ ਯੂ ਸੋ ਮਚ ਬੱਚੋ।